ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ। ਸੋ ਦੋਸਤੋ, 10ਵੀਂ ਜਮਾਤ ਦੇ ਜਿਹੜੇ ਪੇਪਰ ਹਨ ਉਹ 21 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਹਨ। ਆਪ ਸਭ ਨੂੰ ਪਤਾ ਲੱਗ ਹੀ ਗਿਆ ਹੋਵੇਗਾ। 5ਵੀਂ 8ਵੀਂ 10ਵੀਂ ਤੇ 12ਵੀਂ ਦੇ ਜਿਹੜੇ ਪੇਪਰਾਂ ਦੀ ਡੇਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਪ੍ਰੀ ਬੋਰਡ ਦੇ ਪੇਪਰ ਕਦੋਂ ਹੋਣਗੇ। ਸੋ ਦੋਸਤੋ, ਅਗਲੇ ਮਹੀਨੇ ਦੇ ਅਖੀਰ ਤੱਕ ਜਾਂ ਫਿਰ ਫਰਵਰੀ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਪ੍ਰੀ ਬੋਰਡ ਦੇ ਜਿਹੜੇ ਪੇਪਰ ਹਨ ਉਹ ਹੋ ਜਾਣਗੇ। ਠੀਕ ਹੈ ਜੀ। ਸੋ ਬਹੁਤ ਸਾਰੇ ਵਿਦਿਆਰਥੀਆਂ ਦੇ ਲਗਾਤਾਰ ਕਮੈਂਟ ਆ ਰਹੇ ਸਨ ਕਿ ਸਰ ਸਾਡੀ ਪੇਪਰਾਂ ਦੀ ਤਿਆਰੀ ਕਰਵਾ ਦਿੱਤੀ ਜਾਵੇ, ਪ੍ਰੀ ਬੋਰਡ ਤੇ ਫਾਈਨਲ ਪੇਪਰ। ਠੀਕ ਹੈ ਜੀ। ਸੋ ਇਸੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਲੈ ਕੇ ਆਏ ਹਾਂ 10ਵੀਂ ਕਲਾਸ ਦਾ ਇੰਗਲਿਸ਼ ਦਾ ਜਿਹੜਾ ਹੈ ਪ੍ਰੀ ਬੋਰਡ ਅਤੇ ਫਾਈਨਲ, ਕਿਉਂਕਿ ਸਾਰਾ ਸਿਲੇਬਸ ਦੇ ਵਿੱਚੋਂ ਦੋਨੇ ਪੇਪਰ ਆਉਂਦੇ ਹਨ। ਸੋ ਉਹਦਾ ਸੈਂਪਲ ਪੇਪਰ ਲੈ ਕੇ ਆਏ ਹਾਂ ਜੋ ਕਿ ਪੂਰੀ ਤਰ੍ਹਾਂ ਸੋਲਵ ਕੀਤਾ ਹੋਇਆ ਹੈ ਤੁਹਾਡੀ ਸਹੂਲਤ ਦੇ ਲਈ ਇੰਗਲਿਸ਼ ਦਾ। ਠੀਕ ਹੈ ਜੀ। ਸੋ ਆਓ ਸ਼ੁਰੂ ਕਰਦੇ ਹਾਂ। ਸੋ ਦੋਸਤੋ, ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਇਸ ਤਰ੍ਹਾਂ ਦੇ ਪੇਪਰ ਤੁਹਾਨੂੰ ਲਗਾਤਾਰ ਮਿਲਦੇ ਰਹਿਣ। ਤੇ ਨਾਲ ਹੀ ਸਾਡੀ ਵੈਬਸਾਈਟ ਹੈ www.thepunjabiclass.com ਜੋ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਵੀ ਰਹੇ ਹੋ। ਇੱਥੇ ਅਸੀਂ ਸਾਰੇ ਪੇਪਰ ਦਾ ਸੋਲੂਸ਼ਨ ਪਾਇਆ ਹੁੰਦਾ ਹੈ। ਤੁਸੀਂ ਇੱਥੇ ਜਾ ਕੇ ਆਰਾਮ ਨਾਲ ਬੈਠ ਕੇ ਇਹਨੂੰ ਪੜ੍ਹ ਵੀ ਸਕਦੇ ਹੋ ਤੇ ਨਾਲ ਅਸੀਂ ਇੱਥੇ ਵੀਡੀਓ ਦੇ ਵਿੱਚ ਵੀ ਸਮਝਾਉਂਦੇ ਰਹਿੰਦੇ ਹਾਂ। ਠੀਕ ਹੈ ਜੀ। ਸੋ ਜੇਕਰ ਤੁਹਾਨੂੰ ਵੀਡੀਓ ਦੇਖਣੀ ਠੀਕ ਲੱਗਦੀ ਹੈ ਤੁਸੀਂ ਇੱਥੇ ਵੀ ਦੇਖ ਸਕਦੇ ਹੋ। ਜੇਕਰ ਤੁਸੀਂ ਖੁਦ ਡਾਊਨਲੋਡ ਕਰਕੇ ਪੜ੍ਹਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਹੈ www.thepunjabiclass.com। ਇੱਥੇ ਅਸੀਂ ਸਾਰੀ ਕਲਾਸਾਂ ਦੇ ਜਿਹੜੇ ਹਨ ਵਿਸ਼ੇ, ਜਿੰਨੇ ਵੀ ਹਨ ਸਬਜੈਕਟ ਹਨ, ਸਾਰਿਆਂ ਦੇ ਪੇਪਰ ਸੋਲਵ ਕਰਕੇ ਅਸੀਂ ਲੈ ਕੇ ਆਉਂਦੇ ਹਾਂ। ਠੀਕ ਹੈ ਜੀ। ਸੋ ਇੱਥੇ ਜਾ ਕੇ ਤੁਸੀਂ ਆਪਣੀ ਕਲਾਸ ਪਹਿਲਾਂ ਦੇਖ ਲੈਣੀ ਹੈ ਕਿਹੜੀ ਹੈ ਤਾਂ ਫਿਰ ਵਿਸ਼ਾ। ਠੀਕ ਹੈ ਜੀ। ਸੋ ਸ਼ੁਰੂ ਕਰਦੇ ਹਾਂ। 10ਵੀਂ ਕਲਾਸ 10th ਕਲਾਸ ਇੰਗਲਿਸ਼ ਫਾਈਨਲ ਬੋਰਡ ਸੈਂਪਲ ਪੇਪਰ ਫੁੱਲੀ ਸੋਲਵਡ। ਸੋ ਇਸ ਦੇ ਵਿੱਚ ਸਮਾਂ ਰਹੇਗਾ 3 ਘੰਟੇ ਦਾ ਤੇ ਮਾਰਕਸ ਨੇ 80। ਸੋ ਨੋਟ ਆਲ ਦਾ ਕੁਐਸਚਨਸ ਆਰ ਕੰਪਲਸਰੀ। ਸੈਕਸ਼ਨ ਏ ਰੀਡਿੰਗ ਸਕਿੱਲ, ਇਹ 10 ਨੰਬਰਾਂ ਦਾ ਹੈ। ਇਹ ਦੋ ਭਾਗਾਂ ਵਿੱਚ ਅੱਗੇ ਵੰਡਿਆ ਹੋਇਆ ਹੈ। ਸੋ ਸਭ ਤੋਂ ਪਹਿਲਾਂ ਨੰਬਰ 1 ਏ, ਰੀਡ ਦਾ ਪੈਸੇਜ ਗਿਵਨ ਬਿਲੋ ਐਂਡ ਆਂਸਰ ਦਾ ਕੁਐਸਚਨਸ ਦੈਟ ਫੋਲੋਸ। ਮੈਂ ਫਟਾਫਟ ਇੱਕ ਵਾਰੀ ਪੈਰਾ ਪੜ੍ਹਦਾ ਹਾਂ। ਸਪੋਰਟਸਮੈਨਸ਼ਿਪ ਮੀਨਸ ਵਰਕਿੰਗ ਇਨ tandem to achieve a common goal. It also means team spirit, which teaches us the qualities of punctuality, discipline, cooperation, and obedience. Sportsmanship is to see how the goal can be achieved and who has achieved it. Sportsmanship demands discipline. Sportsmen should not use unfair means to win a game. Sportsmanship demands that they should not question their captain in any circumstances, for he know what is the best for the team. Game should not be played only for victory but also for simple pleasure. A sportsman should not feel depressed in defeat and lose his head over victory, because it is an effort of the whole team, not only one person. People who lack sportsmanship are intolerant, narrow-minded, selfish, and cannot have consideration for others as they are jealous of them. Therefore, to achieve goal in life, one should have the spirit of a sportsman. So, ਇਹਦਾ ਪਹਿਲਾ ਕੁਐਸਚਨ ਹੈ ਨੰਬਰ 1, what does sportsmanship teaches us? ਸੋ ਥੱਲੇ 4 ਆਪਸ਼ਨਾਂ ਨੇ, ਇਹਦਾ ਆਨਸਰ ਹੈ D, all of the above. ਸੋ ਪੜ੍ਹਦੇ ਹਾਂ ਕਿਹੜੇ ਕਿਹੜੇ ਹਨ। ਨੰਬਰ A ਪੰਚੁਐਲਿਟੀ, ਨੰਬਰ B ਡਿਸਿਪਲਿਨ, ਨੰਬਰ C ਕੋਆਪਰੇਸ਼ਨ ਐਂਡ ਓਬੀਡੀਐਂਸ, ਯਾਨੀ ਕਿ D ਆਨਸਰ ਹੈ all of above. ਸਪੋਰਟਸਮੈਨ ਜਿਹੜੀ ਹੈ ਸ਼ਿਪ ਸਾਨੂੰ ਕੀ ਸਿਖਾਉਂਦੀ ਹੈ, ਇਹ ਸੀ ਇਹਦਾ ਕੁਐਸਚਨ। ਅੱਗੇ ਹੈ ਨੰਬਰ 2, ਹਾਊ ਸ਼ੁੱਡ ਅ ਸਪੋਰਟਸਮੈਨ ਬਿਹੇਵ ਆਫਟਰ ਲੂਜ਼ਿੰਗ ਔਰ ਵਿਨਿੰਗ ਦਾ ਮੈਚ। ਸੋ ਸਪੋਰਟਸਮੈਨ ਜਿਹੜਾ ਹੈ ਉਹਨੂੰ ਕਿਸ ਤਰ੍ਹਾਂ ਦਾ ਵਤੀਰਾ ਕਰਨਾ ਚਾਹੀਦਾ ਹੈ ਵੀ ਕਿਸੇ ਵੀ ਮੈਚ ਨੂੰ ਜਿੱਤਣ ਤੋਂ ਬਾਅਦ ਤੇ ਹਾਰਨ ਤੋਂ ਬਾਅਦ। ਆਨਸਰ, ਹੀ ਸ਼ੁੱਡ ਨਾਟ ਫੀਲ ਡਿਪਰੈਸਡ ਔਰ ਲੂਜ਼ ਹਿਜ਼ ਹੈਡ। ਉਹਨੂੰ ਕਦੀ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਤੇ ਆਪਣੇ ਦਿਮਾਗ ਦਾ ਸੰਤੁਲਨ ਜਿਹੜਾ ਹੈ ਯਾਨੀ ਕਿ ਗਰਮ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਅੱਗੇ ਹੈ ਨੰਬਰ 3, ਸਪੋਰਟਸਮੈਨਸ਼ਿਪ ਮੀਨਸ ਡੈਸ਼। ਸੋ ਥੱਲੇ ਆਪਸ਼ਨਾਂ ਨੇ, ਆਨਸਰ ਹੈ ਡਿਸਿਪਲਿਨ ਐਂਡ ਟੀਮ ਵਰਕ। ਠੀਕ ਹੈ ਜੀ। ਅੱਗੇ ਹੈ ਨੰਬਰ 4, ਡਿਫੀਟ ਫੋਰ ਅ ਸਪੋਰਟਸਮੈਨ ਇਜ਼ ਨਥਿੰਗ ਬਟ ਡੈਸ਼। ਹਾਰ ਇੱਕ ਸਪੋਰਟਸਮੈਨ ਲਈ ਕੀ ਚੀਜ਼ ਹੈ? ਆਨਸਰ ਹੈ B, ਅ ਲੈਸਨ ਟੂ ਇੰਪਰੂਵ, ਆਪਣੇ ਆਪ ਨੂੰ ਸੁਧਾਰਨ ਦਾ। ਅੱਗੇ ਹੈ ਨੰਬਰ 5, ਗਿਵ ਸਿਨੋਨਮਸ ਟੂ ਵਿਕਟਰੀ। ਸੋ ਇਹਦਾ ਸਮਾਂਤਰ ਲੱਭਣਾ ਹੈ, ਕੀ ਹੋ ਸਕਦਾ ਹੈ ਵਿਕਟਰੀ ਦਾ, ਜਿੱਤ ਦਾ। ਇਹਦਾ ਆਨਸਰ ਹੈ ਬੋਥ B ਐਂਡ C, ਯਾਨੀ ਕਿ ਟ੍ਰਾਇੰਪ ਤੇ ਸਕਸੈਸ ਦੋਨੇ ਹਨ। ਸੋ ਅੱਗੇ ਹੈ ਪਾਰਟ B ਇਹਦਾ ਹੀ, ਇਹ ਵੀ 5 ਨੰਬਰਾਂ ਦਾ ਹੈ, ਉੱਪਰ ਵੀ 5 ਨੰਬਰ, ਟੋਟਲ 10 ਨੰਬਰ ਦਾ ਸੈਕਸ਼ਨ A ਹੈ। ਅੱਗੇ ਹੈ ਰੀਡ ਦਾ ਗਿਵਨ ਪੋਸਟਰ ਕੇਅਰਫੁਲੀ ਐਂਡ ਆਨਸਰ ਦਾ ਕੁਐਸਚਨ ਦੈਟ ਫੋਲੋਸ। ਸੋ ਇਹ ਪੋਸਟਰ ਤੁਸੀਂ ਧਿਆਨ ਨਾਲ ਇੱਕ ਵਾਰੀ ਦੇਖ ਲਓ। ਠੀਕ ਹੈ ਜੀ। ਮੇਜਰ ਗਵਰਨਮੈਂਟ ਇਨੀਸ਼ੀਏਟਿਵ ਇੰਡੀਆਜ਼ ਐਗਰੀਕਲਚਰ ਸੈਕਟਰ, farm to work, sowing, growing, harvesting, storage, marketing,
फिर अगे है नंबर 1 ऑर्गेनिक फार्मिंग, नंबर 2 है सॉयल हेल्थ कार्ड, नंबर 3 प्रधानमंत्री कृषि सिंचाई योजना, नंबर 4 फर्टिलाइजर, नंबर 5 है कोल्ड स्टोरेज एंड फूड प्रोसैसिंग, नंबर 6 है ई नैम, नंबर 7 है प्रधानमंत्री फसल बीमा योजना। सो इस तो पता लगता है इंडियन एग्रीकल्चर के नाल जुड़िया हुआ सैक्टर है। सो ये क्वेश्चन आंसर करते हैं। सो नंबर 1 वट इज़ द पोस्टर ऑल अबाउट। सो ये जो उपर पोस्टर दिता है किस बारे हैं, नीचे ऑप्शन ने, इसका आंसर है बी इंडिया एग्रीकल्चर सैक्टर। उपर लिखा भी है वड्डा वड्डा, ये दर्शाता है। नंबर 2 वट इज़ ऑर्गेनिक फार्मिंग। ऑर्गेनिक फार्मिंग की होंगी है, इसका आंसर है सी इंटरग्रेटेड एंड सस्टेनेबल फार्मिंग। ठीक है जी। अगे है नंबर 3 विच इनिशिएटिव हैज़ बीन स्टार्टेड फॉर द ऑनलाइन ट्रेडिंग ऑफ क्रॉप्स। फसलों की ऑनलाइन ट्रेडिंग यानी कि खरीद और वेच के लिए जिहड़ा इनिशिएटिव लिया गया है वो की है, इसका आंसर है ई। आंसर है ए ई नैम। सो इत्थे जिहड़े हन किसान ऑनलाइन ट्रेडिंग जिहड़ी है फसलों की कर सकते हैं। अगे है नंबर 4 वट इज़ द स्टोरेज एंड फूड प्रोसैसिंग, वाई इज़ स्टोरेज एंड फूड प्रोसैसिंग नैसेसरी। सो स्टोरेज यानी कि जमा करना तो फूड प्रोसैसिंग जिहड़ी है वो क्यों जरूरी है, इसका आंसर है बी टू सस्टेन एंड इनक्रीज लाइफ ऑफ क्रॉप। वैसे तो ऑल ऑफ अबव भी आ सकता है, ऑल ऑफ दीज भी आ सकता है। टू इनक्रीज क्वालिटी ऑफ लाइफ, टू सस्टेन एंड इनक्रीज लाइफ ऑफ क्रॉप, सी टू मेक फूड सिक्योर नेशन। ठीक है जी। सो ये आंसर है। अगे है नंबर 5 वट इज़ द पर्पज ऑफ प्रधानमंत्री कृषि सिंचाई योजना। सो प्रधानमंत्री कृषि सिंचाई योजना का मकसद की है, इसका आंसर है बी टू मिनीमाइज वेस्टेज ऑफ वाटर। जो पानी की बर्बादी है उन्होंने घटाया जाए। ठीक है जी। सो ये सीगा इसका आंसर। अगे वधदे हैं सैक्शन बी ऑब्जैक्टिव टाइप क्वेश्चनस। ये 8 नंबर के हैं। सो सब तो पहला आंसर द फॉलोइंग क्वेश्चन। नंबर 1 द पुअर सीमस्ट्रेस वाज गिवन डैश बाय द स्वैलो। सो इसका आंसर है सी रूबी। ये हैप्पी प्रिंस दे विच है, उन्हें रूबी दिते सीगे। ठीक है जी। सो अगे है नंबर 2 विच इलस्ट्रेशन वाज यूज्ड बाय द प्रोफैसर ऑफ साइकोलॉजी। सो केड़ी इलस्ट्रेशन जिहड़ी है यूज की थी प्रोफैसर साइकोलॉजी दे ने, सीक्रेट ऑफ हैप्पीनेस दो है। इसका आंसर है बर्निंग ग्लास ही लिख सकते हो, या फिर इलस्ट्रेशन ऑफ अ बर्निंग ग्लास। अगे है नंबर 3 फातिक आंट वैलकमड फातिक एट हर होम। सो ये दसना है फातिक की जिहड़ी आंटी सी चाची सी उसने उसका स्वागत किया सी या नहीं किया सी। इसका आंसर है फॉल्स, उन्हें नहीं किया सी, उन्होंने पसंद नहीं सी फातिक। इसका होमकमिंग चो है। अगे है नंबर 4 अ हैप्पी मैन एनवीज डैश करैक्टर ऑफ अ हैप्पी मैन। जिहड़ा हैप्पी मैन हो किसी के अगे झुकदा नहीं है, इसका आंसर है नन, किसी के अगे भी नहीं। अगे है नंबर 5 नदीम अर्जड द ऑथर टू रीस्टार्ट डैश। सो नदीम ने दरखास्त की सी ऑथर नू, लिखारी नू किस चीज़ लिए दोबारा शुरू की जाए। इसका आंसर है डी पेंटिंग। पेंटिंग उन्हें कैसी दोबारा शुरू की जाए। बैड नंबर 29 का है। अगे है नंबर 6 हु वाज मिस लोटा लॉरेंस। इसका आंसर है $1000। आंसर है शी वाज एन एक्ट्रेस। सो है अगे नंबर 6 ये है लैसन $1000 के विचों हु वाज मिस लोटा लॉरियर। इसका आंसर है शी वाज एन एक्ट्रेस, वो एक अभिनेत्री सी। अगे है नंबर 7 होम्स डिड नॉट वांट वाटसन टू टच हिज थिंग्स। सो जिहड़ा होम्स है वो नहीं सी चाहता जिहड़ा वाटसन है उसकी किसी भी चीज़ नू छूए। इसका आंसर ट्रू है, फॉल्स के विचों लिखना है। द डाइंग डिटेक्टिव है लैसन, इसका आंसर है ट्रू। अगे है नंबर 8 फाकम वाज अ वेरी डैश मैन। हाउ मच लैंड डज द मैन नीड दे विचों है। इसका आंसर बच्चों तुसीं सानू दस्सिओ, ये असीं तां छड्ड दिंदे हां विच भी थोड़ा जिहा तुहाडा भी इंटरस्ट बनिया रहे तो तुसीं सानू आंसर करके भी दस सको, सानू भी पता लग जाता बच्चे पढ़ते भी है कि नहीं। ठीक है जी। सो अगे है सैक्शन सी इंग्लिश टैक्सट बुक के विचों 24 नंबर के ये आउणगे। ठीक है जी। सो इंग्लिश मेन कोर्स बुक प्रॉस के विचों आंसर एनी 3 क्वेश्चन नीचे तुहानू 5 दिते होणगे, 5 दे विचों तुसीं कोई भी 3 करने हैं जिहड़े तुहानू चंगी तरह आते हैं। ठीक है जी। सो करते हैं असीं 5 लैके आए हैं। नंबर 1 वट इज़ द ग्रेटेस्ट गिफ्ट ऑफ साइंस। यह है लैसन वेयर इज साइंस टेकिंग अस दे विचों। सो साइंस का सानू सब तो वड्डा तोहफा की है। आंसर द ग्रेटेस्ट गिफ्ट ऑफ द साइंस इज टू प्रोवाइड फूड क्लोथिंग एंड शैल्टर टू ऑल द पीपल। सो साइंस का सारे नालों वड्डा जिहड़ा तोहफा है सानू खाना भोजन ते शैल्टर है। अगे है नंबर 2
ਵਾਈ ਵਾਜ਼ ਡੈਲਾ ਕਰਾਈਂਗ? ਅ ਗਿਫਟ ਫॉर ਕ੍ਰਿਸਮਸ ਦੇ ਵਿੱਚੋਂ ਹੈ ਡੈਲਾ ਕਿਉਂ ਰੋ ਰਹੀ ਸੀ? ਆਂਸਰ, ਡੈਲਾ ਵਾਜ਼ ਕਰਾਈਂਗ ਬਿਕੋਜ਼ ਸ਼ੀ ਡਿਡ ਨਾਟ ਹੈਵ ਇਨਫ ਮਨੀ ਟੂ ਬਾਈ ਅ ਕ੍ਰਿਸਮਸ ਪ੍ਰੈਜ਼ੈਂਟ ਫॉर ਹਰ ਹਸਬੈਂਡ। ਸੋ ਡੈਲਾ ਇਸ ਲਈ ਰੋ ਰਹੀ ਸੀ ਕਿਉਂਕਿ ਉਹਦੇ ਕੋਲ ਪੈਸੇ ਨਹੀਂ ਸਨ, ਕਿਉਂਕਿ ਉਹ ਆਪਣੇ ਹਸਬੈਂਡ ਨੂੰ ਕ੍ਰਿਸਮਸ ਦੇ ਉੱਤੇ ਆਪਣੇ ਘਰ ਵਾਲੇ ਨੂੰ ਗਿਫਟ ਦੇ ਸਕੇ। ਅੱਗੇ ਹੈ ਨੰਬਰ 3, what caused desperation to the gods? Who did the gods go to desperation? ਸੋ ਇਹ ਆਨਸਰ ਇਹ ਹੈ ਲੈਸਨ ਸਮ ਗਲਿੰਪਸਿਸ ਆਫ ਏਸ਼ੀਅੰਟ ਇੰਡੀਆ ਥਾਟ ਐਂਡ ਪ੍ਰੈਕਟਿਸ ਦੇ ਵਿੱਚੋਂ। ਸੋ ਹਫੜਾ ਦਫੜੀ ਦੇ ਵਿੱਚ ਜਿਹੜੇ ਕਿਉਂ ਸੀ, ਉਹਨਾਂ ਸ਼ਸ਼ੂ ਪੰਜ ਦੇ ਵਿੱਚ ਕਿਉਂ ਸੀ? ਵਾਈ ਡਿਡ ਦਾ ਗੋਡਸ ਕਿਹਦੇ ਕੋਲ ਗਏ ਸੀਗੇ ਆਪਣੀ ਇਸ ਮੁਸੀਬਤ ਦੇ ਸਮੇਂ? ਆਨਸਰ, ਦੇਅਰ ਵਾਜ਼ ਅ ਫਾਈਟ ਬਿਟਵੀਨ ਦਾ ਡੀਮਨਸ ਐਂਡ ਦਾ ਗੋਡਸ। ਸੋ ਲੜਾਈ ਚੱਲ ਰਹੀ ਸੀ ਰਾਖਸ਼ਾਂ ਅਤੇ ਦੇਵਤਿਆਂ ਦੇ ਵਿੱਚ। ਦਾ ਡੀਮਨ ਸੀਮਸ ਟੂ ਹੈਵ ਅ ਅਪਰ ਹੈਂਡ। ਸੋ ਜਿਹੜੇ ਰਾਖਸ਼ ਸੀ ਉਹ ਦੇਵਤਿਆਂ ਦੇ ਉੱਤੇ ਹਾਵੀ ਹੋ ਰਹੇ ਸਨ। ਇਟ ਕਾਜ਼ ਡੈਸਪਰੇਸ਼ਨ ਟੂ ਦਾ ਗੋਡਸ। ਸੋ ਇਸ ਕਰਕੇ ਉਹਨਾਂ ਦੇ ਵਿੱਚ ਖਲਬਲੀ ਮਚ ਗਈ ਸੀ, ਹਾਹਾਕਾਰ ਮਚ ਗਈ ਸੀ। ਦਾ ਗੋਡਸ ਵੈਂਟ ਟੂ ਦਾ ਲਾਰਡ ਵਿਸ਼ਨੂੰ। ਸੋ ਜਿਹੜੇ ਦੇਵਤੇ ਸੀ ਉਹ ਲਾਰਡ ਵਿਸ਼ਨੂੰ ਦੇ ਕੋਲ ਗਏ। ਦੇ ਵੈਂਟ ਟੂ ਨੋ ਦਾ ਵੇ ਟੂ ਡਿਫੀਟ ਦਾ ਡਿਮਨਸ। ਸੋ ਉਹ ਭਗਵਾਨ ਵਿਸ਼ਨੂੰ ਕੋਲ ਗਏ ਸਨ ਤਾਂ ਜੋ ਉਹਨਾਂ ਕੋਲੋਂ ਪਤਾ ਲੱਗ ਸਕੇ, ਕੋਈ ਰਸਤਾ ਉਹਨਾਂ ਕੋਲ ਪਤਾ ਲੱਗ ਸਕੇ ਵੀ ਜਿਸ ਨਾਲ ਉਹ ਦਾਨਵਾਂ ਨੂੰ, ਰਾਖਸ਼ਾਂ ਨੂੰ ਹਰਾ ਸਕਣ। ਅੱਗੇ ਹੈ ਨੰਬਰ 4, ਵਾਈ ਡੂ ਦਾ ਸਟਾਰ ਟਵਿੰਕਲਸ? ਸੋ ਦਾ ਮੇਕਿੰਗ ਆਫ ਦਾ ਅਰਥ ਲੈਸਨ ਦੇ ਵਿੱਚੋਂ ਹੈ। ਸੋ ਇਹਦਾ ਆਨਸਰ ਹੈ ਤਾਰੇ ਕਿਉਂ ਟਿਮਟਮਾਉਂਦੇ ਹਨ? ਇਹਦਾ ਆਨਸਰ ਹੈ ਬਿਕੋਜ਼ ਦੇਅਰ ਰੇ ਪਾਸ ਥਰੂ ਮੈਨੀ ਲੇਅਰ ਆਫ ਐਟਮੋਸਫੇਅਰ। ਠੀਕ ਹੈ ਜੀ। ਸੋ ਬਹੁਤ ਸਾਰੀਆਂ ਪਰਤਾਂ ਦੇ ਥਰੂ ਜਿਹੜੀਆਂ ਹਨ ਉਹਨਾਂ ਦੀਆਂ ਕਿਰਨਾਂ ਪਾਸ ਹੁੰਦੀਆਂ ਹਨ, ਜਿਸ ਕਰਕੇ ਸਾਨੂੰ ਉਹ ਟਮਟਮਾਉਂਦੇ ਹੋਏ ਨਜ਼ਰ ਆਉਂਦੇ ਹਨ। ਨੰਬਰ 5, ਹਾਊ ਕੈਨ ਯੂ ਡਿਸਟਿੰਗੁਇਸ਼ ਬਿਟਵੀਨ ਪਲੈਨਟਸ ਐਂਡ ਸਟਾਰਸ? ਇਹ ਵੀ ਇਸੇ ਲੈਸਨ 'ਚੋਂ ਹੈ। ਆਨਸਰ ਹੈ ਸਟਾਰ ਟਵਿੰਕਲ ਬਟ ਪਲੈਨਟਸ ਡੂ ਨਾਟ ਟਵਿੰਕਲ। ਸੋ ਇਹ ਫਰਕ ਕਿੱਦਾਂ ਪਤਾ ਲੱਗਦਾ ਹੈ ਗ੍ਰਹਿਾਂ ਤੇ ਤਾਰਿਆਂ ਦੇ ਵਿੱਚ? ਸੋ ਆਨਸਰ ਹੈ ਜਿਹੜੇ ਤਾਰੇ ਹਨ ਉਹ ਟਿਮਟਮਾਉਂਦੇ ਹਨ ਤੇ ਜਿਹੜੇ ਗ੍ਰਹਿ ਹਨ ਉਹ ਨਹੀਂ ਟਿਮਟਮਾਉਂਦੇ। ਸੋ ਅੱਗੇ ਹੈ ਆਨਸਰ ਐਨੀ ਵਨ ਆਫ ਦਾ ਫੋਲੋਇੰਗ ਕੁਐਸਚਨ ਇਨ ਅਬਾਊਟ 50 ਵਰਡ। ਠੀਕ ਹੈ ਜੀ। ਸੋ ਨੀਚੇ 2 ਦਿੱਤੇ ਹੋਣਗੇ, ਦੋਨਾਂ 'ਚੋਂ ਕੋਈ ਤੁਸੀਂ ਇੱਕ ਕਰਨਾ ਹੈ। ਠੀਕ ਹੈ, ਘੱਟੋ ਘੱਟ 50 ਵਰਡਾਂ ਦੇ ਵਿੱਚ। ਸੋ ਪਹਿਲਾ, ਵਾਈ ਡਿਡ ਦਾ ਮੇਅਰ ਡਿਸਲਾਈਕ ਦਾ ਸਟੈਚੂ ਸੋ ਮੱਚ? ਦਾ ਹੈਪੀ ਪ੍ਰਿੰਸ ਦੇ ਵਿੱਚੋਂ ਹੈ। ਸੋ ਜਿਹੜਾ ਮੇਅਰ ਹੈ ਉਸ ਨੂੰ ਜਿਹੜਾ ਸਟੈਚੂ ਸੀ ਉਹ ਕਿਉਂ ਨਹੀਂ ਪਸੰਦ ਆਇਆ? ਆਨਸਰ, ਦਾ ਹੈਪੀ ਪ੍ਰਿੰਸ ਵਾਜ਼ ਅ ਬਿਊਟੀਫੁਲ ਸਟੈਚੂ। ਇਟ ਵਾਜ਼ ਡੈਕੋਰੇਟਿਡ ਵਿਦ ਗੋਲਡ। ਇਟ ਸਟੂਡ ਔਨ ਦਾ ਟਾਲ column. He could see all the problems of the people. He gave all his gold to help the people. He was no longer beautiful now. That's why the mayor disliked the statue so much. So ਅੱਗੇ ਹੈ, why does the story writer call Jim a poor fellow? ਇਹ ਗਿਫਟ ਫॉर ਕ੍ਰਿਸਮਸ ਦੇ ਵਿੱਚੋਂ ਹੈ। ਸੋ ਇਹਦਾ ਆਨਸਰ ਹੈ Jim was only 20-year-old. His income was very small. He earned only $20 a week. The rent of the house was $8 a week. The house was in poor condition. So the story writer called Jim a poor fellow. ਸੋ ਅੱਗੇ ਇੰਗਲਿਸ਼ ਮੇਨ ਕੋਰਸ ਬੁੱਕ ਪੋਇਟਰੀ ਦੇ ਵਿੱਚੋਂ ਹੈ। ਸੋ ਇਹਦਾ ਆਨਸਰ ਐਨੀ 2 ਕੁਐਸਚਨ ਆਫਟਰ ਰੀਡਿੰਗ ਦਾ ਸਟੈਂਜ਼ਾ। ਸੋ ਨੀਚੇ ਸਟੈਂਜ਼ਾ ਦਿੱਤਾ ਹੋਏਗਾ, ਉਹਦੇ ਨੀਚੇ ਤੁਹਾਨੂੰ 3 ਕੁਐਸਚਨ ਪੁੱਛੇ ਜਾਣਗੇ, ਤਿੰਨਾਂ 'ਚ ਕੋਈ 2 ਕਰਨੇ ਹਨ। ਠੀਕ ਹੈ ਜੀ। ਸੋ ਉੱਪਰ ਹੈ, ਪੈਰਾ ਪੜ੍ਹਦਾ ਫਟਾਫਟ। ਹੂ ਗॉड ਡਾਟ ਲੇਟ ਐਂਡ ਅਰਲੀ ਪ੍ਰੇ more of his grace than gift to lend. Who entertains the harmless day with the religious book or friend? So number 1, name the poem and its poet. Answer, the name of the poem is Character of a Happy Man and the poet is Sir Henry Wotton. Number 2, what does the happy man pray for? Answer, a happy man pray for God's grace. He does not pray for any worldly gifts. Again, number 3, how does a happy man spend his day? Answer, he spend his day in the study of religious book or in the company of same noble friend. ਠੀਕ ਹੈ ਜੀ। ਸੋ ਉਸ ਤੋਂ ਬਾਅਦ ਆਉਂਦਾ ਹੈ ਇਹਦਾ ਹੀ ਬੀ ਪੋਰਸ਼ਨ ਪੋਇਟਰੀ ਦੇ ਵਿੱਚੋਂ ਹੀ ਹੈ। ਆਨਸਰ ਐਨੀ 1 ਕੁਐਸਚਨ, 2 ਦਿੱਤੇ ਹੋਣਗੇ, ਦੋਨਾਂ 'ਚ ਕੋਈ ਇੱਕ ਕਰਨਾ ਹੈ। ਇਹ ਤੁਹਾਡੀ ਪੋਇਟਰੀ ਵਾਲਿਆਂ ਦੇ ਵਿੱਚੋਂ ਹੀ ਆਣਗੇ ਦੋਨੋਂ। ਠੀਕ ਹੈ ਜੀ। ਸੋ ਪਹਿਲਾ ਹੈ, ਡੂ ਦਾ ਕੌਂਕਰਰ ਟੇਮ ਡੈਥ ਔਰ ਦਾ ਡੈਡ ਸੌਰੀ ਡੈਥ ਦਾ ਲੈਵਲਰ ਦੇ ਵਿੱਚੋਂ ਹੈ। ਆਨਸਰ, ਕੌਂਕਰਰਸ ਕੈਨ ਟੇਮ ਓਨਲੀ ਦਾ ਡੈਡ, ਦੇ ਹੈਵ ਨੋ ਪਾਵਰ ਓਵਰ ਡੈਥ, ਰਾਦਰ ਇਟ ਇਜ਼ ਡੈਥ ਡੈਟ ਵਨ ਡੇ ਓਵਰਪਾਵਰ them and reduce them to dust.
सो जहाँ तो ऑप्शन आएगी व्हाट इज द थीम ऑफ द पोएम रजिया द टाइग्रेस? आंसर द पोएम अंडरलाइन द ग्रेव डेंजर टू वाइल्ड लाइफ रिजल्टिंग फ्रॉम द डिस्ट्रक्शन ऑफ फॉरेस्ट. मैन हैज asperts the land belong to wild animals. Now the poor animal have nowhere to live. They live in the danger of poaches. ਸੋ ਅੱਗੇ ਹੈ ਇੰਗਲਿਸ਼ ਸਪਲੀਮੈਂਟਰੀ ਰੀਡਰ ਦੇ ਵਿੱਚੋਂ ਹੈ, ਠੀਕ ਹੈ ਜੀ. ਸੋ ਇਹਦੇ ਵਿੱਚੋਂ ਕੁਐਸਚਨ ਆਣਗੇ 9 ਨੰਬਰ ਹਨ ਇਹਦੇ. ਆਨਸਰ ਐਨੀ 3 ਆਫ ਦਾ ਫੋਲੋਇੰਗ ਕੁਐਸਚਨ. ਨੀਚੇ 5 ਦਿੱਤੇ ਹੋਣਗੇ, 5 ਤੋਂ 3 ਕਰਨੇ ਹਨ. ਸੋ ਨੰਬਰ 1 when did the author regain his confidence and how? ਇਹ ਬੈਡ ਨੰਬਰ 29 ਤੋਂ ਹੈ. ਆਨਸਰ the author regained his confidence when Neem praised his painting. Again, number 2, how did Subia manage to get rich rice during the drought? Answer है lesson half a rupee worth. Answer, he managed to get rice from villages. Again, number 3, what was the condition laid down by the lawyer? $1,000 lesson जो है. Answer, the condition laid down by the lawyer was that Bobby Gillian would have given the splendid details of $1,000. Again, number 4. Where did Holmes get the illness from? When did he get it? He did the dying detective जो है. Answer, Holmes got the illness from Chinese sailor when he was working on a case. Number 5. Why was the boy called sausage? Why did he not like diving? Return to air तो है. Answer, the boy was quite fat and plump. The boy that was why he was called sausage. The boy had weak eyesight. He could not see properly without his glasses. He had to take off his glasses for living. Therefore, he did not like diving. So अगे है section D vocabulary ਦੇ ਵਿੱਚੋਂ है do as directed. ठीक है. चूज द करेक्ट वर्ड फ्रॉम द ब्रैकेट टू फिल इन द ब्लैंक्स. बैड डैश ऑफ ड्रग्स वाज सून फेल्ट. सो अफेक्ट है तो इफेक्ट है. सो ਇਹਦਾ आएगा आंसर इफेक्ट. नंबर 2, यूज द फॉलोइंग ईडियम इन अ सेंटेंस बाय वर्च्यू ऑफ. आंसर है दे वर एक्सक्लूडेड फ्रॉम वोटिंग बाय वर्च्यू ऑफ बीइंग टू यंग. अगे है नंबर 3, गिव वन वर्ड ऑफ द फॉलोइंग टू इनक्रीज द ग्रेविटी ऑफ अ सिचुएशन. ਇਹਦਾ ਇੱਕ ਇਸ ਪੈਰੇ ਦਾ ਸੈਂਟੈਂਸ ਦਾ ਇੱਕ ਵਰਡ ਚੇਨ ਨੂੰ ਐਕਸਪਲੇਨ ਕਰਨਾ ਹੈ. ਇਹਦਾ ਆਨਸਰ ਹੈ ਐਗਰਾਵੇਟ. ਠੀਕ ਹੈ ਜੀ. ਯੂਅਰ perpetual arguing with your father will certainly aggravate his rage. ਸੋ ਇਹ ਸੈਂਟੈਂਸ ਬਣਿਆ ਹੈ. ਤੋਂ ਅੱਗੇ ਹੈ ਨੰਬਰ 4, ਕਰੈਕਟ ਦਾ ਫੋਲੋਇੰਗ ਸੈਂਟੈਂਸ. 70 miles are a long distance. सो so, आंसर आएगा 70 माइल इज अ लॉन्ग डिस्टेंस. सो अगे है सैक्शन ई ट्रांसलेशन ग्रामर एंड कंपोजिशन. ये 29 नंबर ਦੇ ਹਨ. सो करते हैं नंबर 7A पोर्शन. ट्रांसलेट एनी 3 सेंटेंस फ्रॉम इंग्लिश टू पंजाबी या हिंदी. सो नंबर 1, माई कोटरीयर कॉल्ड मी द हैप्पी प्रिंस. मेरे दरबारी मैनू हैप्पी प्रिंस कहते हैं. नंबर 2, ही नैवर लॉस्ट हिज काम. ਇਹਦਾ ਆਏਗਾ उसने कभी भी अपना चैन नहीं गवाया. नंबर 3, द गॉड्स अप्रोचेज सेज दहीची. ਇਹਦਾ ਬਣੇਗਾ ਦੇਵਤੇ ਰਿਸ਼ੀ ਦਹੀਚੀ ਕੋਲ ਪਹੁੰਚੇ. नंबर 4, द स्ट्रेंजर आस्क्ड हिम अगेन. ਅਜਨਬੀ ਨੇ ਉਸ ਨੂੰ ਦੁਬਾਰਾ ਪੁੱਛਿਆ. नंबर 5, आई मे बी एज फ्री एज आ लाइक. मैं जिन्ना चाਹਾਂ आज़ाद हो सकता हाँ. सो ਹੁਣ ਇਹਦਾ ਹੀ ਬੀ ਪਾਰਟ ਹੈ. ਇਸ ਵਿੱਚ ਹੁਣ ਆਨਸਰ ਐਨੀ 3 ਸੈਂਟੈਂਸ ਫਰੋਮ ਪੰਜਾਬੀ ਟੂ ਹਿੰਦੀ. ਸੋ ਉੱਪਰ ਪੰਜਾਬੀ ਤੇ ਹਿੰਦੀ 'ਚ ਲਿਖਿਆ ਹੈ, ਉਹਦਾ ਨੀਚੇ ਸਹੀ ਆਨਸਰ ਕਰਨਾ ਹੈ ਇੰਗਲਿਸ਼ ਦੇ ਵਿੱਚ. ਉਹ ਇੱਥੇ ਰਿਹਾ ਕਰਦਾ ਸੀ. ਆਨਸਰ ਹੀ ਯੂਜ਼ ਟੂ ਲਿਵ ਹੇਅਰ. ਨੰਬਰ 2, ਕੀ ਵਰਖਾ ਰੁੱਤ ਸ਼ੁਰੂ ਹੋ ਗਈ ਹੈ. ਇਹਦਾ ਆਏਗਾ ਹੈਜ਼ ਦ ਰੇਨੀ ਸੀਜ਼ਨ ਸਟਾਰਟਿਡ. ਅੱਗੇ ਹੈ ਨੰਬਰ 3, ਮੈਨੂੰ ਜਾਣ ਦਿਓ. ਇਹਦਾ ਆਏਗਾ ਲੈਟ ਮੀ ਗੋ. ਅੱਗੇ ਹੈ ਨੰबर 4, ਜੈਸਾ ਦੇਸ ਵੈਸਾ ਭੇਸ. ਇਹਦਾ ਆਏਗਾ ਵਾਈਲ ਇਨ ਰੋਮ ਡੂ ਐਜ਼ ਦ ਰੋਮਨਸ ਡੂ. ਨੰबर 5, ਆਪਣੇ ਕੰਮ ਨਾਲ ਮਤਲਬ ਰੱਖੋ. ਇਹਦਾ ਆਏਗਾ be mean with your work. ਸੋ ਇਸ ਤੋਂ ਬਾਅਦ ਹੈ do as directed. ਇਹ 10 ਨੰਬਰਾਂ ਦੇ ਹਨ. ਸੋ ਕਰਦੇ ਹਾਂ fill in the blank with a suitable determiner. ਠੀਕ ਹੈ ਜੀ. ਇਹ ਲਿਖਣਾ ਹੈ in my last summer vacation I went to dash historical place. ਇਹਦਾ ਆਨਸਰ ਆਏਗਾ ਦੀ. ਅੱਗੇ ਹੈ ਨੰबर 2, fill in the blank with suitable preposition. ਆਨਸਰ ਆਏਗਾ
ਇਹਦਾ ਪਹਿਲਾਂ ਪੜ੍ਹਦੇ ਹਾਂ। ਗੁੱਡ ਟਰਾਂਸਲੇਸ਼ਨ ਇਜ਼ ਦਾ ਰਿਜ਼ਲਟ ਡੈਸ਼ ਪ੍ਰੈਕਟਿਸ ਐਂਡ ਪੇਸ਼ੈਂਸ, ਇਹਦਾ ਆਏਗਾ ਆਫ। ਅੱਗੇ ਹੈ ਨੰਬਰ 3, ਫਿਲ ਇਨ ਦਾ ਬਲੈਂਕਸ ਵਿਦ ਕਰੈਕਟ ਮਾਡਲ ਡੈਸ਼ ਯੂ ਫਿਨਿਸ਼ ਯੂਅਰ ਵਰਕ ਇਨ 2 hours। ਦੇ ਆਪਸ਼ਨਾਂ ਨੇ ਕੇ, ਕੈਨ ਤੇ ਮੇ, ਇੱਥੇ ਆਏਗਾ ਕੈਨ। ਸੋ ਇੱਥੇ ਕੈਨ ਇਸ ਕਰਕੇ ਵੀ ਆਏਗਾ, ਇਹ 'ਚ ਪ੍ਰਸ਼ਨ ਪੁੱਛਿਆ ਗਿਆ ਹੈ, ਐਂਡ ਦੇ ਵਿੱਚ ਕੁਐਸਚਨ ਮਾਰਕ ਹੈ। ਸੋ ਨੰਬਰ 4, ਫਿਲ ਇਨ ਦਾ ਬਲੈਂਕਸ ਵਿਦ ਅ ਸੁਟੇਬਲ ਕੰਜੰਕਸ਼ਨ, ਇਹਦਾ ਆਏਗਾ there is not even a single field dash education has not left its mark, ਇਹਦਾ ਆਏਗਾ ਆਨਸਰ where। ਅੱਗੇ ਨੰਬਰ 5, combine the following sentence using a non-finite verbs, I enjoyed the mangoes, these were sent by my uncle। ਸੋ ਇਹਨੂੰ non-finite verb 'ਚ ਲਿਖਣਾ ਹੈ, ਆਨਸਰ ਆਏਗਾ I enjoyed the mangoes sent by my uncle। ਅੱਗੇ ਹੈ ਨੰਬਰ 6, pick out the subordinate clause from the following sentence and name it, I respect her because she is kind to me। Answer, because she is kind to me, adverb clause showing reason। ਅੱਗੇ ਹੈ number 7, change the following sentence into passive voice, let her sing। Answer, she should be allowed to sing। ਅੱਗੇ ਹੈ number 8, change the following sentence into the indirect form of a narration। Answer, the mother said, son, why did the teacher punish you। ਸੋ ਬੱਚੋ ਇਹਦਾ ਆਨਸਰ ਤੁਸੀਂ ਲਿਖਿਓ, ਠੀਕ ਹੈ ਜੀ। ਦੱਸਣਾ ਹੈ ਸਾਨੂੰ ਵੀ ਕਮੈਂਟ ਦੇ ਵਿੱਚ ਕੀ ਆਏਗਾ। ਅੱਗੇ ਹੈ ਨੰਬਰ 9, ਰੀਰਾਈਟ ਦਾ ਫੋਲੋਇੰਗ ਸੈਂਟੈਂਸ ਯੂਜ਼ਿੰਗ ਪਾਸਟ ਇਨਡੈਫੀਨਾਈਟ ਟੈਂਸ, ਦ ਪੁਲਿਸ ਹੋਲਡ ਅਪ ਹਿਜ਼ ਹੈਂਡ, ਇਹਦਾ ਆਏਗਾ ਦ ਪੁਲਿਸਮੈਨ ਹੈਲਡ ਅਪ ਹਿਜ਼ ਹੈਂਡ। ਨੰਬਰ 10, ਪੰਚੁਏਟ ਦਾ ਫੋਲੋਇੰਗ ਸੈਂਟੈਂਸ, ਹਿਜ਼ ਸਟੋਰੀ ਵਾਜ਼ ਇਨ ਸੈਵਰਲ ਵੇ improbable। Answer, his story was in several way improbable। So ਅੱਗੇ ਹੈ number 9, you are a zonal cultural secretary of the city public school Lucknow, write a notice inviting students to give their name for the fancy dress competition। ਇਹ 3 ਨੰਬਰਾਂ ਦਾ ਹੈ, ਇਹਦੇ ਵਿੱਚ ਯਾਦ ਰੱਖੋ ਚੁਆਇਸ ਆਏਗੀ ਤੁਹਾਨੂੰ, ਠੀਕ ਹੈ ਜੀ। ਸੋ ਪਹਿਲਾਂ ਇਹ ਕਰਦੇ ਹਾਂ। ਸੋ ਸਿਟੀ ਪਬਲਿਕ ਸਕੂਲ ਲਖਨਊ ਨੋਟਿਸ ਫੈਂਸੀ ਡਰੈਸ ਕੰਪੀਟੀਸ਼ਨ 1 ਅਕਤੂਬਰ, ਜੇ ਡੇਟ ਉੱਪਰ ਦਿੱਤੀ ਹੈ ਤਾਂ ਲਿਖਣਾ ਹੈ, ਨਹੀਂ ਦਿੱਤੀ ਤਾਂ ਆਪਣੀ ਮਰਜ਼ੀ ਦੀ ਕੋਈ ਵੀ ਪਾ ਦਿਓ। ਅ ਫੈਂਸੀ ਡਰੈਸ ਕੰਪੀਟੀਸ਼ਨ ਇਜ਼ ਗੋਇੰਗ ਟੂ ਬੀ ਹੈਲਡ ਐਟ ਅਵਰ ਸਕੂਲ ਔਨ, ਕੋਈ ਵੀ ਡੇਟ ਲਿਖ ਸਕਦੇ ਹੋ। ਦੀ ਕੰਪੀਟੀਸ਼ਨ ਵਿਲ ਬੀ ਓਪਨ ਟੂ ਦਾ ਸਟੂਡੈਂਟ ਫਰੋਮ ਨਰਸਰੀਜ਼ ਟੂ ਕਲਾਸ 5th ਓਨਲੀ। ਫੇਮਸ ਡਰੈਸ ਡਿਜ਼ਾਈਨਰ ਰਿਤੂ ਬੇਰੀ ਹੈਜ਼ consented to be the judge of this competition, so those desirous of taking part in this event should give their name to the undersigned by, ਡੇਟ ਲਿਖਣੀ ਹੈ, ਅੱਗੇ ਤੁਹਾਡਾ ਨਾਮ ਕਲਚਰਲ ਸੈਕਟਰੀ। ਜਾਂ ਫਿਰ ਤੁਹਾਨੂੰ ਚੁਆਇਸ ਆਏਗੀ, ਤੁਸੀਂ ਇਹ ਵੀ ਕਰ ਸਕਦੇ ਹੋ, ਰੀਡ ਦਾ ਟੈਲੀਫੋਨਿਕ ਕਨਵਰਸੇਸ਼ਨ ਬਿਟਵੀਨ ਮਿਸਟਰ ਅਜੀਤ ਸ਼ਰਮਾ ਐਂਡ ਅਨੂ। ਸੋ ਇਹ ਕਨਵਰਸੇਸ਼ਨ ਦਿੱਤੀ ਹੋਏਗੀ, ਇਹਦੇ ਨੀਚੇ ਤੁਸੀਂ ਕੀ ਕਰਨਾ ਹੈ, ਰਾਈਟ ਅ ਮੈਸੇਜ ਔਨ ਬਿਹਾਫ ਆਫ ਅੰਜੂ। ਸੋ ਇਹ ਪੜ੍ਹ ਕੇ ਤੁਸੀਂ ਮੈਸੇਜ ਲਿਖਣਾ ਹੈ, ਠੀਕ ਹੈ ਜੀ। ਪਹਿਲਾਂ ਪੜ੍ਹਦੇ ਹਾਂ। ਅਜੀਤ ਸ਼ਰਮਾ, ਹੈਲੋ, is it 24100786? Anju, yes, may I know who is calling? Ajit Sharma, I am Ajit Sharma and I want to talk to Mr. Chadda। Anju, Papa is not at home, you can give me the message। Ajit Sharma, tell him that the society meeting has been postponed and soon as the new date is fixed, I will let him know। ਇਹਦਾ ਆਨਸਰ ਅੰਜੂ ਕਹਿੰਦੀ ਹੈ, all right, I will convey the message। ਰਾਈਟ ਦਾ ਮੈਸੇਜ ਔਨ ਬਿਹਾਫ ਆਫ ਅੰਜੂ। ਹੁਣ ਉਹ ਮੈਸੇਜ ਲਿਖਣਾ ਹੈ ਅੰਜੂ ਵੱਲੋਂ ਆਪਣੇ ਪਿਤਾ ਨੂੰ। ਸੋ ਲਿਖਾਂਗੇ ਮੈਸੇਜ, ਟਾਈਮ ਲਿਖ ਦੇਣਾ ਹੈ, ਤਰੀਕ ਲਿਖ ਦੇਣੀ ਹੈ ਪਾਪਾ। ਮਿਸਟਰ ਅਜੇ ਰੈਂਗ ਅਪ ਟੂ ਇਨਫੋਰਮ ਯੂ ਡੈਟ ਮੀਟਿੰਗ ਸ਼ਡਿਊਲਡ ਫॉर 9th March हैज़ बीन पोस्टपोन टू 11th March। अंजू सॉरी। सो अगे है ਰਾਈਟ ਅ ਪੈਰਾਗ੍ਰਾਫ ਔਨ ਐਨੀ ਟੌਪਿਕ ਯੂਜ਼ਿੰਗ ਦਾ ਫੋਲੋਇੰਗ ਹਿੰਟਸ। ਸੋ ਇਹਦੇ ਵਿੱਚ ਤੁਹਾਨੂੰ 2 ਆਪਸ਼ਨਾਂ ਦਿੱਤੀਆਂ ਯਾਨੀ 2 ਪੈਰਾਗ੍ਰਾਫ ਦਿੱਤੇ ਹੋਣਗੇ, ਦੋਨਾਂ 'ਚੋਂ ਜਿਹੜਾ ਵੀ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਹੋਇਆ ਉਹ ਤੁਸੀਂ ਕਰਨਾ ਹੈ, ਠੀਕ ਹੈ ਜੀ। ਉੱਪਰ ਆਊਟਲਾਈਨ ਦਿੱਤੀ ਹੈ, ਨੀਚੇ ਪੈਰਾ ਦਿੱਤਾ ਹੈ। ਸੋ ਉੱਪਰ ਵਾਲਾ ਹੈ, ਅ ਸਾਇੰਸ ਫੇਅਰ ਵਾਜ਼ ਆਰਗੇਨਾਈਜ਼ਡ ਇਨ ਆਵਰ ਸਕੂਲ ਐਡੀਟੋਰੀਅਮ ਔਨ 7th of this month। ਇਟ ਵਾਜ਼ ਇਨੋਗਰੇਟਿਡ ਬਾਈ ਦਾ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ। There were more than 120 items on display. Most of them were working models. Each model showed newness and innovation in the practical application of some scientific law. Everyone was fascinated to see the exhibition. Students explained with confidence the mechanism of each model. Both the
Student and teacher had worked very hard to make this fair a success. Their effort were appreciated by all present. ਸੋ ਇਸੇ ਤਰ੍ਹਾਂ ਹੀ ਅੱਗੇ ਹੈ ਪੋਲਿਊਸ਼ਨ ਦੇ ਉੱਤੇ ਹੈ, ਇਹ ਤੁਸੀਂ ਦੇਖ ਲੈਣਾ, ਠੀਕ ਹੈ ਜੀ। ਸੋ ਬੱਚੋ ਇੱਕ ਵਾਰੀ ਫਿਰ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਹਾਂ, ਇਸ ਤਰ੍ਹਾਂ ਦੇ ਸਾਰੇ ਪੇਪਰ ਅਸੀਂ ਸੋਲਵ ਆਲਰੇਡੀ ਕਰਕੇ ਲੈ ਕੇ ਆਉਂਦੇ ਹਾਂ। ਸਾਡੀ ਵੈਬਸਾਈਟ ਹੈ thepunjabiclass.com, ਉੱਥੇ ਜਾ ਕੇ ਤੁਸੀਂ ਆਰਾਮ ਨਾਲ ਪ੍ਰਾਪਤ ਕਰ ਸਕਦੇ ਹੋ। ਸੋ ਅੱਗੇ ਹੈ ਨੰਬਰ ਸੀ, you are Rajiv living at Queen's Hotel International School, New Delhi. Write a letter to your father requesting him to permit you to join a educational tour to South India conducted by school. ਸੋ ਇਹਦੇ ਵਿੱਚ ਵੀ ਤੁਹਾਨੂੰ ਲੈਟਰ ਰਾਈਟਿੰਗ 'ਚ ਵੀ ਆਪਸ਼ਨ ਮਿਲੇਗੀ, ਦੋ ਆਣਗੇ, ਦੋਨਾਂ 'ਚੋਂ ਕੋਈ ਇੱਕ ਕਰਨੀ ਹੈ, ਠੀਕ ਹੈ ਜੀ। ਇਹ ਸਹੀ ਵਾਲੀ ਪੜ੍ਹਦੇ ਹਾਂ, ਕੁਈਨਸ ਹੋਸਟਲ ਇੰਟਰਨੈਸ਼ਨਲ ਸਕੂਲ ਨਿਊ ਦਿੱਲੀ, ਕੋਈ ਵੀ ਡੇਟ ਲਿਖ ਦੇਣੀ ਹੈ। ਮਾਈ ਡੀਅਰ ਫਾਦਰ, our school is breaking up for Christmas holiday on the 27th of this month. Some students of our school are going on an educational tour. The tour has been organized by our principal. It will be a 7-day tour from December 25th to December 31st. The student shall visit Bengaluru, Mysore, Chennai and Madurai. I request you to allow me to go to this tour. Each student has to deposit 5,000 for this tour. I shall do with 1,000 only for my pocket expenses. Kindly send me 6,000 as soon as possible. I hope you will not disappoint me. With regard, your affectionately, Rajiv. ਸੋ ਇੱਕ ਦਾ ਲੈਟਰ ਇਹ ਹੈ। ਸੋ ਦੂਸਰੀ ਜਿਹੜੀ ਲੈਟਰ ਹੈ ਉਹ ਹੈ, ਰਾਈਟ ਅ ਲੈਟਰ ਟੂ ਅ ਬੁੱਕ ਸੈਲਰ ਕੰਪਲੇਨਿੰਗ ਅਗੇਂਸਟ ਦ ਰੋਂਗ ਸਪਲਾਈ ਆਫ ਬੁੱਕ। ਯੂ ਆਰ ਜਤਿੰਦਰ ਸਿੰਘ, ਲਿਵਿੰਗ ਐਟ ਮਾਡਲ ਟਾਊਨ ਨਕੋਦਰ। ਸੋ ਇਹ ਲੈਟਰ ਹੈ, ਤੁਸੀਂ ਦੇਖ ਲੈਣਾ ਹੈ। ਸੋ ਇਸ ਤੋਂ ਇਲਾਵਾ ਜਿਹੜੇ ਤੁਹਾਡੇ 5 ਮਾਰਕਸ ਨੇ ਉਹ ਤੁਹਾਡੀ ਵਧੀਆ ਹੈਂਡ ਰਾਈਟਿੰਗ ਦੇ ਹਨ। ਸੋ ਸੋਹਣਾ ਪੇਪਰ ਲਿਖ ਕੇ ਆਉਣਾ, ਠੀਕ ਹੈ ਜੀ। ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵਾਂ ਪੇਪਰ ਲੈ ਕੇ, ਤਦ ਤੱਕ ਲਈ ਧੰਨਵਾਦ।